कुर्सी ते बैठी यह पेंडू कुड़ी आम नहीं है बल्कि बहुत खास है क्योंकि इस धी ने गरीब घरों निकल के अज पिंड विच ही पा लई है बड़ी कंपनी ते तकरीबन 100 बच्चियां नूं देई बैठी है रोजगार। ਅੱਜ ਤੁਹਾਨੂੰ ਅਸੀਂ ਅਜਿਹੀ ਧੀ ਦੇ ਨਾਲ ਮਿਲਾਵਾਂਗੇ ਜਿਸ ਨੂੰ ਦੇਖ ਕੇ ਹਰ ਇੱਕ ਪਿਤਾ, ਹਰ ਇੱਕ ਚਾਚਾ, ਹਰ ਇੱਕ ਫੁੱਫੜ ਆਪਣੇ ਆਪ ਨੂੰ ਜੋ ਹੈ ਮੁੱਛਾਂ ਨੂੰ ਵੱਟ ਦੇਗਾ ਆਪਣੇ ਅਤੇ ਕਹੇਗਾ ਬੜੇ ਮਾਣ ਦੇ ਨਾਲ ਕਿ ਸਾਡੇ ਘਰ ਵੀ ਧੀ ਹੈ। ਮੈਂ ਇੱਕ ਬਿਲਕੁਲ ਨਵਾਂ ਬਿਜ਼ਨਸ ਮਾਡਲ ਤਿਆਰ ਕੀਤਾ ਹੈ ਪਿੰਡ ਦੇ ਵਿੱਚ, ਤੇ ਜਦੋਂ ਵੀ ਅਸੀਂ ਕੋਈ ਇਹੋ ਜਿਹਾ ਕੰਮ ਕਰਦੇ ਹਾਂ ਜਿਹੜਾ ਕਿ ਪਹਿਲਾਂ ਨਾ ਹੋਇਆ ਹੋਵੇ, ਜਿਵੇਂ ਇੱਕ IT ਕੰਪਨੀ ਕਦੀ ਪੰਜਾਬ ਦੇ ਪਿੰਡ ਵਿੱਚ ਨਹੀਂ ਦੇਖੀ ਗਈ ਜਿਹਦੇ 'ਚ 100+ ਬੰਦੇ ਹੋਣ। इस धी दी पूरी कहानी सुन के तुसी भी मान करोगे अते वीडियो नू शेयर करोगे अते पंजाब दी हर धीआं तक जरूर पहुंचाओगे। मैं बहुत सारे ਵੱਡੇ ਵੱਡੇ ਸਿੰਗਰ ਦੇਖੇ ਨੇ, ਬਹੁਤ ਵੱਡੇ ਆਰਟਿਸਟ ਦੇਖੇ ਨੇ, ਜ਼ਿਆਦਾਤਰ ਜਿਹੜੇ ਮੇਲ ਨੇ ਹਨਾ ਉਹ ਆਪਣੇ ਨਾਮ ਦੇ ਪਿੱਛੇ ਆਪਣੇ ਪਿੰਡ ਦਾ ਨਾਮ ਲਗਾਉਂਦੇ ਨੇ। ਇਕਲੌਤੀ ਬਿਜ਼ਨਸ ਵੂਮਨ ਕੁੜੀ ਹੈ ਜਿਸਨੇ ਆਪਣੇ ਪਿੰਡ ਦਾ ਨਾਮ ਆਪਣੇ ਜੋ ਹੈ ਸਰਨੇਮ ਦੇ ਵਿੱਚ। ਔਰਤ ਜਿਹੜੀ ਹਮੇਸ਼ਾ ਹੀ ਆਪਣਾ ਵਜੂਦ ਲੱਭਦੀ ਹੈ, ਆਪਣੀ ਪਹਿਚਾਣ ਲੱਭਦੀ ਹੈ। ਉਹ ਪਹਿਲਾਂ ਇੱਕ ਘਰ 'ਚ ਹੁੰਦੀ ਹੈ ਤੇ ਵਿਆਹ ਹੋ ਜਾਂਦਾ ਤੇ ਉਹਦਾ ਨਾਮ ਬਦਲ ਜਾਂਦਾ। ਜੇ ਉਹ ਵਿਆਹ 'ਚ ਨਾ ਸੰਪੂਰਨ ਹੋ ਸਕੇ ਤੇ ਫਿਰ ਉਹਦਾ ਨਾਮ ਬਦਲ ਜਾਂਦਾ। ਸੋ ਔਰਤ ਦੇ ਮੈਂ ਆਪਣੇ ਜੀਵਨ 'ਚ ਦੇਖਿਆ ਕਿ ਨਾਮ ਬਦਲਦੇ ਰਹਿੰਦੇ ਨੇ। ਸੋ ਮੈਂ ਆਪਣਾ ਹੀ ਨਾਮ ਰੱਖ ਲਿਆ ਮਨਦੀਪ ਕੌਰ ਟਾਂਗਰਾ। ਧੀ ਦੀ ਸਟੋਰੀ ਕੁਝ ਅਜਿਹੀ ਹੈ ਜਿਸ ਨੂੰ ਸੁਣ ਕੇ ਹਰ ਇੱਕ ਮਾਂ ਬਾਪ ਦਾ ਸੀਨਾ ਜਿਹੜਾ ਹੈ ਉਹ ਫਕਰ ਦੇ ਨਾਲ ਹੋਰ ਚੌੜਾ ਹੋ ਜਾਏਗਾ ਤੇ ਸੋਚੇਗਾ ਕਿ ਨਹੀਂ ਇਹ ਧੀਆਂ ਵੀ ਸਾਡੇ ਘਰ ਦੀਆਂ ਮਾਣ ਨੇ, ਇਹ ਧੀਆਂ ਵੀ ਜਿਹੜੀਆਂ ਨੇ ਉਹ ਸਾਡਾ ਬਿਜ਼ਨਸ ਸਾਂਭ ਸਕਦੀਆਂ ਨੇ, ਇਹ ਧੀਆਂ ਵੀ ਨੇ ਜਿਹੜੇ ਸਾਨੂੰ ਜਹਾਜ਼ਾਂ ਦੇ ਵਿੱਚ ਉਡਾਰੀ ਲਗਵਾ ਸਕਦੀਆਂ ਨੇ। ਮੈਂ ਲਾਸਟ 10 ਸਾਲ ਆਪਣੀ ਜ਼ਿੰਦਗੀ ਦੇ ਮੈਂ ਇਹ ਕਹਾਂਗੀ ਕਿ ਜਿੰਨਾ ਮੇਰੇ ਸਰੀਰ 'ਚ ਤੇ ਜਿੰਨੀ ਮੇਰੀ ਆਤਮਾ 'ਚ ਜਾਨ ਸੀ, ਮੈਂ ਲਖੀਰਲੇ ਜਿਹੜੇ ਆਪਣੇ ਪਿਛਲੇ 10 ਸਾਲ ਆ ਉਹ ਮੈਂ ਆਪਣੀ ਜ਼ਿੰਦਗੀ 'ਚ ਲਗਾਏ ਨੇ। ਹਰ ਕੋਈ ਜਿਹੜਾ ਹੈ ਉਹ ਕਹਿ ਗਿਆ ਵਾਹ ਮਨਦੀਪ ਕੌਰ ਟਾਂਗਰਾ, ਵਾਹ ਸਾਡੇ ਪੰਜਾਬ ਦੀ ਧੀ, ਵਾਹ ਸਾਡੇ ਪੰਜਾਬ ਦੀ ਧੀ ਹਨਾ। ਪਰ ਉਸ ਪੰਜਾਬ ਦੀ ਧੀ ਦੀ ਸਾਰ ਨਹੀਂ ਕੋਈ ਲੈਂਦਾ ਵੀ ਤੂੰ ਕਿਵੇਂ ਕੰਪਨੀ ਚਲਾ ਰਹੀ ਹੈ, ਕਿ ਵੀ ਤੇਰੀ ਕੰਪਨੀ ਦੇ ਵੀ ਸਾਡੀ ਲੋੜ ਹੈ ਜਾਂ ਨਹੀਂ। ਜਿੰਨੀ ਵਾਰੀ ਵੀ ਠੋਕਰਾਂ ਖਾਧੀਆਂ ਨੇ ਤੇ ਜਦੋਂ ਹਰ ਕੋਈ ਕਹਿੰਦਾ ਕਿ ਨੋ ਤੇ ਉਦੋਂ ਮੈਂ ਯੈਸ ਕਿਹਾ। ਵੈਨ ਨੋ ਵਨ ਇਜ਼ ਵਿਦ ਯੂ ਯੂ ਆਰ ਸਟਿਲ ਵਿਦ ਯੂ ਵਾਲਾ ਮੇਰਾ ਮੋਟਿਵ ਹੈਗਾ ਹਮੇਸ਼ਾ ਹੀ ਆਪਣੀ ਲਾਈਫ ਦੇ ਵਿੱਚ ਕਿ ਜਦੋਂ ਤੁਹਾਡੇ ਨਾਲ ਕੋਈ ਨਹੀਂ ਹੁੰਦਾ ਉਦੋਂ ਮੈਂ ਸੋਚਦੀ ਹਾਂ ਕਿ ਮੈਂ ਖੁਦ ਆਪਣੇ ਨਾਲ ਆ। ਸੋਚਿਆ ਜਦੋਂ ਤੁਸੀਂ ਕਿ ਨਹੀਂ ਮੈਂ ਆਪਣੇ ਪਿੰਡ ਦੇ ਵਿੱਚ ਇਹ ਬਿਜ਼ਨਸ ਮਾਡਲ ਲੈ ਕੇ ਆਉਣਾ ਹੈ। ਪੇਰੈਂਟਸ ਵੀ ਮਿਡਲ ਕਲਾਸ ਫੈਮਿਲੀ, ਰੋਕਿਆ ਉਹਨਾਂ ਨੇ ਕਿ ਨਹੀਂ ਪੈਸੇ ਜਿਹੜੇ ਆ ਉਹ ਡੁੱਬ ਨਾ ਜਾਣ, ਜਿਹੜੇ ਆਪਾਂ 2-4 ਬਚਾਏ ਹੋਏ ਆ। ਔਰਤ ਦੀ ਕਾਬਲੀਅਤ ਤੇ ਵਿਸ਼ਵਾਸ ਜਿਹੜਾ ਉਹ ਅੱਜ ਵੀ ਨਹੀਂ ਕਰਦੇ। ਉਹ ਨਹੀਂ ਮੰਨਦੇ ਕਿ ਤੁਸੀਂ ਇੰਨੇ ਕਾਬਲ ਹੋ ਤੇ ਤੁਸੀਂ ਵਾਕਈ 10 ਸਾਲ 20 ਸਾਲ 'ਚ ਕਿਤੇ ਪਹੁੰਚ ਸਕਦੇ ਹੋ। ਬਿਕਾਜ਼ ਜਿਹੜਾ ਇੰਡੀਆ ਜਾਂ ਪੰਜਾਬ ਆ ਇਹਦੇ 'ਚ ਹਿਊਮਨ ਵੈਲਿਊਜ਼ ਤੇ ਇੱਕ ਬਿਜ਼ਨਸ ਬਣਾਉਣ ਦੀ ਲੋੜ ਆ, ਬੱਚਿਆਂ ਦੀ ਭਾਵਨਾਵਾਂ ਨੂੰ ਸਮਝਣ ਦੀ ਲੋੜ ਆ, ਤਾਂ ਹੀ ਉਹ ਇੱਥੇ ਟਿਕਣਗੇ। ਨਹੀਂ ਤੇ ਅਫਕੋਰਸ ਉਹ ਦੁਬਈ ਚਲ ਜਾਣਗੇ, ਕੈਨੇਡਾ ਚਲ ਜਾਣਗੇ, US ਚਲ ਜਾਣਗੇ। ਜੇ ਆਪਾਂ ਉਹਨਾਂ ਨੂੰ 40,000 ਰੁਪਇਆ ਪਰ ਮਹੀਨੇ ਦੇ ਰਹੇ ਹਾਂ ਤੇ ਕੋਵਿਡ ਆ ਗਿਆ ਤੇ ਜੇ ਅਸੀਂ ਉਹਨਾਂ ਨੂੰ ਕੱਢ ਦਾਂਗੇ ਤੇ ਫਿਰ ਉਹਨਾਂ ਨੇ ਇਹੀ ਸੋਚਣਾ ਕਿ ਹਾਂਜੀ ਇਸ ਤੋਂ ਚੰਗਾ ਇਹੀ ਸੀ ਕਿ ਮੈਂ ਬਾਹਰ ਚਲ ਜਾਂਦਾ। ਅੱਜ ਤੁਹਾਨੂੰ ਅਸੀਂ ਅਜਿਹੀ ਧੀ ਦੇ ਨਾਲ ਮਿਲਾਵਾਂਗੇ ਜਿਸ ਨੂੰ ਦੇਖ ਕੇ ਹਰ ਇੱਕ ਪਿਤਾ, ਹਰ ਇੱਕ ਚਾਚਾ, ਹਰ ਇੱਕ ਫੁੱਫੜ ਆਪਣੇ ਆਪ ਨੂੰ ਜੋ ਹੈ ਮੁੱਛਾਂ ਨੂੰ ਵੱਟ ਦੇਗਾ ਆਪਣੇ ਅਤੇ ਕਹੇਗਾ ਬੜੇ ਮਾਣ ਦੇ ਨਾਲ ਕਿ ਸਾਡੇ ਘਰ ਵੀ ਧੀ ਹੈ। ਕਿਉਂਕਿ ਇਸ ਧੀ ਦੀ ਸਟੋਰੀ ਕੁਝ ਅਜਿਹੀ ਹੈ ਜਿਸ ਨੂੰ ਸੁਣ ਕੇ ਹਰ ਇੱਕ ਮਾਂ ਬਾਪ ਦਾ ਸੀਨਾ ਜਿਹੜਾ ਹੈ ਉਹ ਫਕਰ ਦੇ ਨਾਲ ਹੋਰ ਚੌੜਾ ਹੋ ਜਾਏਗਾ ਤੇ ਸੋਚੇਗਾ ਕਿ ਨਹੀਂ ਇਹ ਧੀਆਂ ਵੀ ਸਾਡੇ ਘਰ ਦੀਆਂ ਮਾਣ ਨੇ, ਇਹ ਧੀਆਂ ਵੀ ਜਿਹੜੀਆਂ ਨੇ ਉਹ ਸਾਡਾ ਬਿਜ਼ਨਸ ਸਾਂਭ ਸਕਦੀਆਂ ਨੇ, ਇਹ ਧੀਆਂ ਵੀ ਨੇ ਜਿਹੜੇ ਸਾਨੂੰ ਜਹਾਜ਼ਾਂ ਦੇ ਵਿੱਚ ਉਡਾਰੀ ਲਗਵਾ ਸਕਦੀਆਂ ਨੇ। ਸੋ ਤੁਹਾਨੂੰ ਇੱਕ ਅੱਜ ਹੀ ਸ਼ਖਸੀਅਤ ਦੇ ਨਾਲ ਮਿਲਾਵਾਂਗੇ ਜਿਸ ਦੀ ਕਹਾਣੀ ਅਤੇ ਉਸ ਦੀਆਂ ਚੁਣੌਤੀਆਂ ਸੁਣ ਕੇ ਸ਼ਾਇਦ ਤੁਸੀਂ ਵੀ ਪੂਰੀ ਸਟੋਰੀ ਸੁਣਨ ਦੇ ਲਈ ਮਜਬੂਰ ਹੋ ਜਾਓਗੇ, ਵੀਡੀਓ ਨੂੰ ਸ਼ੇਅਰ ਕਰਨ ਦੇ ਲਈ ਮਜਬੂਰ ਹੋ ਜਾਓਗੇ ਅਤੇ ਆਪਣੇ ਬੱਚਿਆਂ ਨੂੰ ਵੀ ਇਹ ਵੀਡੀਓ ਦਿਖਾਉਣ ਦੇ ਲਈ ਮਜਬੂਰ ਹੋ ਜਾਓਗੇ। ਮੇਰੇ ਨਾਲ ਮੌਜੂਦ ਨੇ ਮਨਦੀਪ ਕੌਰ ਟਾਂਗਰਾ ਜੀ, ਜੋ ਟਾਂਗਰਾ ਪਿੰਡ ਤੋਂ ਨੇ।
ਇੱਕ ਆਈਟੀ ਕੰਪਨੀ ਚਲਾ ਰਹੇ ਨੇ ਜਿਸ ਦੀ ਤਾਰੀਫ ਜਿਹੜੀ ਹੈ ਉਹ ਸਰਕਾਰਾਂ ਤੱਕ ਵੀ ਜਿਹੜੀਆਂ ਨੇ ਉਹ ਕਰ ਰਹੀਆਂ ਨੇ। ਪਹਿਲਾਂ ਤਾਂ ਮਨਦੀਪ ਜੀ ਬਹੁਤ ਬਹੁਤ ਸਵਾਗਤ ਹੈ ਨੇਸ਼ਨ ਪੋਸਟ ਤੇ। ਥੈਂਕ ਯੂ ਜੀ, ਸ਼ੁਕਰੀਆ ਪ੍ਰਿਆ ਐਂਡ ਨੇਸ਼ਨ ਪੋਸਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਨਿੱਘੀ ਸਤਿ ਸ਼੍ਰੀ ਅਕਾਲ। ਮੈਂ ਪਹਿਲੇ ਇੱਕ ਚੀਜ਼ ਕਹੀ ਹੈ ਕਿ ਜਦੋਂ ਮੈਂ ਤੁਹਾਡੀ ਕਹਾਣੀ ਬਹੁਤ ਲੋਕਾਂ ਨੂੰ ਪਤਾ ਹੋਏਗੀ ਹੈ ਨਾ, ਪਰ ਜਿਨ੍ਹਾਂ ਨੂੰ ਨਹੀਂ ਪਤਾ ਹੋਏਗੀ ਪੂਰੀ ਕਹਾਣੀ ਸੁਣਨ ਤੋਂ ਬਾਅਦ ਹਰ ਇੱਕ ਪਿਤਾ ਹਰ ਇੱਕ ਭਰਾ ਆਪਣੇ ਮੁੱਛਾਂ ਨੂੰ ਵੱਟ ਦੇਗਾ ਤੇ ਕਹੇਗਾ ਕਿ ਯੈਸ ਇਹ ਧੀਆਂ ਵੀ ਕੁਝ ਕਰ ਸਕਦੀਆਂ ਨੇ, ਸਾਡੇ ਘਰ ਵੀ ਧੀਆਂ। ਬਿਲਕੁਲ, ਮੈਨੂੰ ਬਹੁਤ ਸਾਰੇ ਲੋਕ ਅਕਸਰ ਸੋਸ਼ਲ ਮੀਡੀਆ ਤੇ ਲਿਖਦੇ ਨੇ, ਤੁਸੀਂ ਕਮੈਂਟਸ 'ਚ ਵੀ ਦੇਖੋਗੇ, ਮੈਨੂੰ ਸਟੋਰੀਜ਼ ਵੀ ਲਿਖ ਕੇ ਦਿੰਦੇ ਨੇ ਕਿ ਤੁਹਾਨੂੰ ਦੇਖ ਕੇ ਸਾਡੇ ਮਨ ਵਿੱਚ ਆਉਂਦਾ ਹੈ ਕਿ ਸਾਡੀ ਵੀ ਧੀ ਹੋਵੇ। ਅੱਛਾ, ਮੈਂ ਨਾ ਬਹੁਤ ਵਾਰ ਅਜਿਹਾ ਹੁੰਦਾ ਹੈ ਕਿ ਮੈਂ ਨਾ ਸਟੋਰੀ ਥੋੜਾ ਸ਼ਾਰਟ ਰੱਖੂੰਗੀ ਤਾਂ ਕਿ ਹਰ ਕੋਈ ਸੁਣ ਲਵੇ, ਪਰ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਪੁੱਛਣੀਆਂ ਵੀ ਜ਼ਰੂਰੀ ਨੇ। ਬਹੁਤ ਵਾਰ ਹੁੰਦਾ ਹੈ ਕਿ ਮੈਂ ਬਹੁਤ ਸਾਰੇ ਵੱਡੇ ਸਿੰਗਰ ਦੇਖੇ ਨੇ, ਬਹੁਤ ਵੱਡੇ ਆਰਟਿਸਟ ਦੇਖੇ ਨੇ, ਜ਼ਿਆਦਾਤਰ ਜਿਹੜੇ ਮੇਲ ਨੇ ਹੈ ਨਾ, ਉਹ ਆਪਣੇ ਨਾਮ ਦੇ ਪਿੱਛੇ ਆਪਣੇ ਪਿੰਡ ਦਾ ਨਾਮ ਲਗਾਉਂਦੇ ਨੇ। ਇਕਲੌਤੀ ਬਿਜ਼ਨਸ ਵੂਮਨ ਕੁੜੀ ਹੈ ਜਿਸਨੇ ਆਪਣੇ ਪਿੰਡ ਦਾ ਨਾਮ ਆਪਣੇ ਜੋ ਹੈ ਸਰਨੇਮ ਦੇ ਵਿੱਚ ਲਗਾਇਆ, ਕਿਉਂਕਿ ਛੋਟਾ ਜਿਹਾ ਪਿੰਡ ਮੈਂ ਵਾਕਈ ਪੂਰੀ ਦੁਨੀਆ 'ਤੇ ਫੇਮਸ ਕਰਨਾ ਚਾਹੁੰਦੀ ਹਾਂ, ਇਸ ਪਿੰਡ ਦਾ ਨਾਮ ਹੋਵੇ। ਬਾਕੀ ਔਰਤ ਜਿਹੜੀ ਹਮੇਸ਼ਾ ਹੀ ਆਪਣਾ ਵਜੂਦ ਲੱਭਦੀ ਹੈ, ਆਪਣੀ ਪਹਿਚਾਣ ਲੱਭਦੀ ਹੈ। ਉਹ ਪਹਿਲਾਂ ਇੱਕ ਘਰ 'ਚ ਹੁੰਦੀ ਹੈ ਤੇ ਵਿਆਹ ਹੋ ਜਾਂਦਾ ਤੇ ਉਹਦਾ ਨਾਮ ਬਦਲ ਜਾਂਦਾ। ਜੇ ਉਹ ਵਿਆਹ 'ਚ ਨਾ ਸੰਪੂਰਨ ਹੋ ਸਕੇ ਤੇ ਫਿਰ ਉਹਦਾ ਨਾਮ ਬਦਲ ਜਾਂਦਾ। ਸੋ ਔਰਤ ਦੇ ਮੈਂ ਆਪਣੇ ਜੀਵਨ 'ਚ ਦੇਖਿਆ ਕਿ ਨਾਮ ਬਦਲਦੇ ਰਹਿੰਦੇ ਨੇ। ਸੋ ਮੈਂ ਆਪਣਾ ਹੀ ਨਾਮ ਰੱਖ ਲਿਆ ਮਨਦੀਪ ਕੌਰ ਟਾਂਗਰਾ। ਮੈਂ ਨਾ ਜਦੋਂ ਦੇਖਿਆ ਕਿ ਹੈ ਨਾ ਤੁਸੀਂ ਬਹੁਤ ਵੱਡੀ ਆਈਟੀ ਕੰਪਨੀ ਚਲਾ ਰਹੇ ਹੋ ਹੈ ਨਾ, ਮੈਨੂੰ ਲੱਗਦਾ ਕਿ ਅੱਜ ਹਰ ਇੱਕ ਵਿਅਕਤੀ ਜੋ ਸੋਸ਼ਲ ਮੀਡੀਆ 'ਤੇ ਹੈਗਾ ਉਹਨੂੰ ਪਤਾ ਹੋਏਗਾ ਕਿ ਮਨਦੀਪ ਕੌਰ ਟਾਂਗਰਾ ਜਿਹੜੇ ਨੇ ਉਹ ਆਈਟੀ ਕੰਪਨੀ ਚਲਾ ਰਹੇ ਨੇ। ਮਨੀਸ਼ ਸਿਸੋਦੀਆ ਇੱਥੇ ਵਿਜ਼ਿਟ ਕਰਕੇ ਗਏ, ਅਰਵਿੰਦ ਕੇਜਰੀਵਾਲ ਨੇ ਤੁਹਾਡੀ ਤਾਰੀਫ ਕੀਤੀ, ਦੇਸ਼ ਦੇ ਪ੍ਰਧਾਨ ਮੰਤਰੀ ਨੇ ਤੁਹਾਡੀ ਤਾਰੀਫ ਕੀਤੀ ਹੈ ਨਾ, ਪਰ ਇਹ ਮਨਦੀਪ ਕੌਰ ਟਾਂਗਰਾ ਜਿਹੜੀ ਹੈ ਉਹਨੂੰ ਕੀ ਸੱਚਮੁੱਚ ਜੋ ਦਿਖਦਾ ਹੈ ਉਹੀ ਹੈ ਕਿ ਸੱਚਮੁੱਚ ਤੁਸੀਂ ਬਹੁਤ ਜ਼ਿਆਦਾ ਇਸ ਸਮੇਂ ਜਿਹੜਾ ਉਹ ਪੈਸਾ ਕਮਾ ਰਹੇ ਹੋ, ਬਹੁਤ ਜ਼ਿਆਦਾ ਤੁਹਾਡੀ ਕੰਪਨੀ ਦਾ ਨਾਮ ਤਾਂ ਹੈ, ਪਰ ਕੀ ਉਨਾ ਪੈਸਾ ਵੀ ਤੁਸੀਂ ਕਮਾ ਪਾ ਰਹੇ ਹੋ? ਮੈਂ ਇੱਕ ਬਿਲਕੁਲ ਨਵਾਂ ਬਿਜ਼ਨਸ ਮਾਡਲ ਤਿਆਰ ਕੀਤਾ ਪਿੰਡ ਦੇ ਵਿੱਚ। ਤੇ ਜਦੋਂ ਵੀ ਅਸੀਂ ਕੋਈ ਇਹੋ ਜਿਹਾ ਕੰਮ ਕਰਦੇ ਹਾਂ ਜਿਹੜਾ ਕਿ ਪਹਿਲਾਂ ਨਾ ਹੋਇਆ ਹੋਵੇ, ਜਿਵੇਂ ਇੱਕ ਆਈਟੀ ਕੰਪਨੀ ਕਦੀ ਪੰਜਾਬ ਦੇ ਪਿੰਡ ਵਿੱਚ ਨਹੀਂ ਦੇਖੀ ਗਈ ਜਿਹਦੇ 'ਚ 100+ ਬੰਦੇ ਹੋਣ, ਤੇ ਨਵਾਂ ਕੰਮ ਜਿਹੜਾ ਕਿ ਪਹਿਲੀ ਵਾਰੀ ਉਹ 'ਚ ਬਹੁਤ ਸਾਰੇ ਐਕਸਪੈਰੀਮੈਂਟ ਹੁੰਦੇ ਨੇ, ਬਹੁਤ ਸਾਰਾ ਉਹ ਚੀਜ਼ਾਂ ਕਰੀਦੀਆਂ, ਜਿਵੇਂ ਕਿ ਅਸੀਂ ਬੱਸ ਲਗਾਈ ਹੈ ਤੇ ਬੱਸ ਉਲਟਾ ਸ਼ਹਿਰ ਤੋਂ ਪਿੰਡ ਵਿੱਚ ਆ ਰਹੀ ਹੈ ਰੋਜ਼। ਅਸੀਂ ਟਰਾਂਸਪੋਰਟੇਸ਼ਨ ਨਹੀਂ ਵਰਤ ਸਕਦੇ ਉਸ ਹਿਸਾਬ ਨਾਲ ਕਿ ਬੱਚੇ ਆਰਾਮ ਨਾਲ ਬੱਸਾਂ 'ਤੇ ਆਉਣ ਤੇ ਇੱਥੇ ਉਤਰ ਜਾਣ ਜਦੋਂ ਮਰਜ਼ੀ ਉਹਨਾਂ ਨੂੰ ਬੱਸ ਮਿਲ ਜੇ। ਸੋ ਉਹ ਚੀਜ਼ ਜਿਹੜੀ ਆ ਉਹ ਔਖੀ ਆ। ਇੰਟਰਨੈਟ ਸਾਡਾ ਸ਼ਹਿਰ ਨਾਲੋਂ ਵੀ ਮਹਿੰਗਾ, ਸਾਲ ਦਾ 6-7 ਲੱਖ ਰੁਪਇਆ ਅਸੀਂ ਵੱਧ ਦੇ ਰਹੇ ਹਾਂ। ਸੋ ਇਸ ਚੀਜ਼ ਦਾ ਅਹਿਸਾਸ ਕਰਨਾ ਬੜਾ ਜ਼ਰੂਰੀ ਹੈ ਕਿ ਇਹੋ ਜਿਹਾ ਬਿਜ਼ਨਸ ਮਾਡਲ ਪੰਜਾਬ ਦੇ ਵਿੱਚ ਡਿਵੈਲਪ ਕਰਨ ਲਈ ਬਹੁਤ ਜ਼ਿਆਦਾ ਮਿਹਨਤ ਲੱਗੀ ਆ, ਬਹੁਤ ਜ਼ਿਆਦਾ ਫਾਈਨੈਂਸ਼ਲੀ ਜਿਹੜਾ ਇਹਦੇ ਵਿੱਚ ਐਫਰਟ ਲੱਗਾ। ਪਲੱਸ ਕੋਵਿਡ ਦਾ ਟਾਈਮ ਜਦੋਂ ਅਸੀਂ ਲੈ ਲਈਏ, ਜਿਸ ਨੂੰ ਬਹੁਤ ਘੱਟ ਜਾਣਿਆਂ ਨੇ ਜਿਹੜੀ ਕਿ ਤਾਰੀਫ ਕੀਤੀ ਹੋਏ ਮੇਰੀ ਕੰਪਨੀ ਦੇ ਵਿੱਚ, ਜਾਂ ਫਿਰ ਮੈਨੂੰ ਲੱਗੇ ਕਿ ਉਹਨੂੰ ਐਕਨੋਲੇਜ ਕੀਤਾ ਹੈ ਕਿ ਕੋਵਿਡ ਦੇ ਟਾਈਮ ਦੇ ਵਿੱਚ ਮੈਂ ਆਪਣੀ ਕੰਪਨੀ 'ਚ ਕਿਸੇ ਨੂੰ ਵੀ ਨਹੀਂ ਕੱਢਿਆ, ਆਪਣੇ ਇੰਪਲੋਈ ਨੂੰ ਸਾਰੀ ਕੰਪਨੀ ਸਸਟੇਨ ਕੀਤੀ, ਰਿਟੇਨ ਕੀਤੀ। ਬਿਕਾਜ਼ ਜਿਹੜਾ ਇੰਡੀਆ ਜਾਂ ਪੰਜਾਬ ਆ, ਇਹਦੇ 'ਚ ਹਿਊਮਨ ਵੈਲਿਊਜ਼ 'ਤੇ ਇੱਕ ਬਿਜ਼ਨਸ ਬਣਾਉਣ ਦੀ ਲੋੜ ਆ, ਬੱਚਿਆਂ ਦੀ ਭਾਵਨਾਵਾਂ ਨੂੰ ਸਮਝਣ ਦੀ ਲੋੜ ਆ, ਤਾਂ ਹੀ ਉਹ ਇੱਥੇ ਟਿਕਣਗੇ। ਨਹੀਂ ਤਾਂ ਅਫਕੋਰਸ ਉਹ ਦੁਬਈ ਚਲ ਜਾਣਗੇ, ਕੈਨੇਡਾ ਚਲ ਜਾਣਗੇ, US ਚਲ ਜਾਣਗੇ। ਜੇ ਆਪਾਂ ਉਹਨਾਂ ਨੂੰ 40,000 ਰੁਪਇਆ ਪਰ ਮਹੀਨੇ ਦੇ ਰਹੇ ਹਾਂ ਅਤੇ ਕੋਵਿਡ ਆ ਗਿਆ, ਅਤੇ ਜੇ ਅਸੀਂ ਉਹਨਾਂ ਨੂੰ ਕੱਢ ਦਾਂਗੇ ਤਾਂ ਫਿਰ ਉਹਨਾਂ ਨੇ ਇਹੀ ਸੋਚਣਾ ਕਿ ਹਾਂਜੀ ਇਸ ਤੋਂ ਚੰਗਾ ਇਹੀ ਸੀ ਕਿ ਮੈਂ ਬਾਹਰ ਚਲ ਜਾਂਦਾ, ਰਾਈਟ। ਸੋ ਜਿਸ ਹਿਸਾਬ ਨਾਲ ਕੰਪਨੀ ਨੂੰ ਚੁਣੌਤੀਆਂ ਆਈਆਂ ਨੇ ਅਤੇ ਜਿਸ ਤਰ੍ਹਾਂ ਉਸ ਕੰਪਨੀ ਨੇ ਰਿਸਪੌਂਡ ਕੀਤਾ ਉਹਨਾਂ ਚੁਣੌਤੀਆਂ ਨੂੰ, ਅਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਮੇ ਬੀ ਕੋਈ ਪੋਲਿਸੀ ਜਾਂ ਕੁਛ ਬਣ ਕੇ ਆਵੇ। ਪਰ ਮੈਂ ਆਪਣੀ ਗੱਲ ਬਹੁਤ ਸਾਰੇ ਲੋਕਾਂ ਦੇ ਅੱਗੇ ਰੱਖੀ, ਬੈਂਕਸ ਦੇ ਅੱਗੇ ਰੱਖੀ, ਕਈ ਸਰਕਾਰੀ ਆਫਿਸਰਸ ਦੇ ਅੱਗੇ ਰੱਖੀ, ਵੱਖ-ਵੱਖ ਮੰਤਰੀਆਂ ਦੇ ਅੱਗੇ ਮੈਂ ਆਪਣੀ ਗੱਲ ਰੱਖੀ। ਸਾਰਾ ਪੰਜਾਬ ਜਾਣਦਾ ਇਸ ਗੱਲ ਨੂੰ, ਪਰ ਅਜੇ ਤੱਕ ਮੈਨੂੰ ਬਹੁਤ ਸਾਰੇ ਸਲਿਊਸ਼ਨਸ ਦੀ ਜਿਹੜੀ ਭਾਲ ਆ, ਅਤੇ ਮੈਨੂੰ ਲੱਗਦਾ ਕਿ ਜੇ ਸਾਡੇ ਸਲਿਊਸ਼ਨਸ ਨਹੀਂ ਹੋਣਗੇ, ਸਾਡੀ ਕੰਪਨੀ ਕਿਤੇ ਨਾ ਕਿਤੇ ਰੁਕ ਜਾਏਗੀ ਜਾਂ ਕੋਈ ਨਾ ਕੋਈ ਪ੍ਰੋਬਲਮ ਉਹ ਫੇਸ ਕਰੇਗੀ। ਜਿਵੇਂ ਕਿ ਆਲਮੋਸਟ ਕੋਵਿਡ ਤੋਂ ਬਾਅਦ ਮੈਨੂੰ ਸਾਲ ਹੋ ਗਿਆ ਕਿ ਬਹੁਤ ਚੀਜ਼ਾਂ, ਵੱਖ-ਵੱਖ ਚੁਣੌਤੀਆਂ ਆਪਣੀ ਕੰਪਨੀ 'ਚ ਫੇਸ ਕਰਦੇ। ਕਈ ਮਹੀਨੇ ਮੇਰੇ ਇੰਪਲੋਈਜ਼ ਦੀ ਸੈਲਰੀ ਲੇਟ ਹੋ ਗਈ,
ਬਹੁਤ ਮਤਲਬ ਮੈਨੂੰ ਬਹੁਤ ਜ਼ਿਆਦਾ ਆਪਣੇ ਮਾਈਂਡ ਤੇ ਪ੍ਰੈਸ਼ਰ ਲੈ ਕੇ ਜਿਹੜਾ ਮੈਂ ਇਹ ਕੰਮ ਕਰ ਰਹੀ, ਪਰ ਜੇ ਇਹਨਾਂ ਚੀਜ਼ਾਂ ਦੇ ਪਿੰਡਾਂ ਦੇ ਵਿੱਚ ਹੱਲ ਨਾ ਨਿਕਲੇ ਤੇ ਹੋ ਸਕਦਾ ਕਿ ਦੁਬਾਰਾ ਕੋਈ ਮਨਦੀਪ ਕੌਰ ਟਾਂਗਰਾ ਹੋਵੇ ਹੀ ਨਾ, ਕਿਉਂਕਿ ਇੱਕ ਪ੍ਰੈਸ਼ਰ ਦੀ ਵੀ ਸੀਮਾ ਹੁੰਦੀ ਹੈ। ਸੋ ਮੈਂ ਹਜੇ ਆਪਣਾ ਪੂਰਾ ਬਣਾ ਹੀ ਰੱਖਿਆ ਸਾਰਾ ਕੁਝ। ਤੁਸੀਂ ਇਹ ਕਹਿ ਰਹੇ ਹੋ ਕਿ ਹਰ ਕੋਈ ਜਿਹੜਾ ਹੈ ਉਹ ਕਹਿ ਗਿਆ ਵਾਹ ਮਨਦੀਪ ਕੌਰ ਟਾਂਗਰਾ, ਵਾਹ ਸਾਡੇ ਪੰਜਾਬ ਦੀ ਧੀ, ਵਾਹ ਸਾਡੇ ਪੰਜਾਬ ਦੀ ਧੀ, ਹੈ ਨਾ, ਪਰ ਉਸ ਪੰਜਾਬ ਦੀ ਧੀ ਦੀ ਸਾਰ ਨਹੀਂ ਕੋਈ ਲੈਂਦਾ ਵੀ ਤੂੰ ਕਿਵੇਂ ਕੰਪਨੀ ਚਲਾ ਰਹੀ ਹੈ, ਕਿ ਵੀ ਤੇਰੀ ਕੰਪਨੀ ਦੇ ਵੀ ਸਾਡੀ ਲੋੜ ਹੈ ਜਾਂ ਨਹੀਂ। ਅਜਿਹੇ ਕੁਐਸਚਨ ਜਿਹੜੇ ਨੇ ਆਨਸਰ ਦਿੱਤੇ ਕਿਸੇ ਨੇ ਨਹੀਂ। ਮੈਂ ਇਹੀ ਕਹਿ ਰਹੀ ਕਿ ਮੈਨੂੰ ਕਿਸੇ ਤੋਂ ਕੰਪਲੇਂਟ ਨਹੀਂ ਆ। ਮੈਂ ਤੇ ਚਲੋ ਇੱਕ ਜਦੋਂ ਤੁਹਾਡੀ ਕੋਈ ਤਾਰੀਫ ਕਰ ਦਿੰਦਾ ਤੇ ਤੁਹਾਡੀ ਮਾਰਕੀਟਿੰਗ ਹੋ ਜਾਂਦੀ ਤੇ ਤੁਹਾਡੀ ਕੰਪਨੀ ਦਾ ਨਾਮ ਹੋ ਜਾਂਦਾ, ਉਹਦੇ ਨਾਲ ਵੀ ਤੁਹਾਡੀ ਮਦਦ ਹੋ ਜਾਂਦੀ, ਕਿਉਂਕਿ ਤੁਹਾਨੂੰ ਤੁਹਾਡੀ ਕੰਪਨੀ ਬਾਰੇ ਹੋਰ ਲੋਕਾਂ ਨੂੰ ਪਤਾ ਲੱਗ ਜਾਂਦਾ ਤੇ ਉਹ ਤੁਹਾਡੀਆਂ ਸੇਵਾਵਾਂ ਜਿਹੜੀਆਂ ਉਹ ਲੈਂਦੇ ਨੇ, ਉਹ ਇੱਕ ਅਲੱਗ ਗੱਲ ਆ। ਪਰ ਇੱਕ ਔਰਤ ਲਈ ਬਿਨਾਂ ਇੱਕ ਇੰਨੀ ਟਫ ਫਾਈਨੈਂਸ਼ੀਅਲ ਬੈਕਗਰਾਊਂਡ ਤੋਂ ਉੱਠ ਕੇ, ਜਦੋਂ ਕਿ ਮੈਂ ਅਕਸਰ ਆਪਣੀ ਇੰਟਰਵਿਊ 'ਚ ਦੱਸਿਆ ਕਿ ਮੈਂ ਆਪਣੀ ਕਾਲਜ 'ਚ ਟੌਪ ਕਰਨ ਤੋਂ ਬਾਅਦ ਖੁਦ ਦੀ ਫੀਸ ਹੀ ਜਿਹੜੀ ਨਹੀਂ ਦੇ ਪਾਈ, ਪਲੱਸ ਮੈਂ ਇੰਨੀ ਇਮਾਨਦਾਰ ਜ਼ਿੰਦਗੀ ਜੀ ਹੈ, ਆਪਣਾ ਬਿਜ਼ਨਸ ਵੀ ਪੂਰੀ ਇਮਾਨਦਾਰੀ ਨਾਲ ਕਰਦੀ ਹਾਂ, ਕੋਈ ਇੱਦਾਂ ਲਾਈਵ ਬੋਲ ਕੇ ਕਹਿੰਦਾ ਨਹੀਂ ਬਾਰ-ਬਾਰ। ਸੋ ਮੈਂ ਸੱਚਮੁੱਚ ਹੀ ਬਹੁਤ ਨੀਟ ਐਂਡ ਕਲੀਨ ਆਪਣਾ ਕੰਮ ਕੀਤਾ, ਪੂਰੀ ਇਮਾਨਦਾਰੀ ਨਾਲ ਇਸ ਬਿਜ਼ਨਸ ਮਾਡਲ ਨੂੰ ਡਿਵੈਲਪ ਕੀਤਾ। ਸੋ ਮੈਨੂੰ ਕਿਤੇ ਨਾ ਕਿਤੇ ਆਸ ਵੀ ਆ ਤੇ ਮੈਂ ਸੋਚਦੀ ਹਾਂ ਕਿ ਹਾਂ, ਜਿਹੜੀਆਂ ਪ੍ਰੋਬਲਮਸ ਅਸੀਂ ਇੱਕ ਨਵਾਂ ਬਿਜ਼ਨਸ ਮਾਡਲ ਬਣਾਉਣ ਲੱਗੇ ਹਾਂ ਫੇਸ ਕੀਤੀਆਂ, ਉਹ ਕੋਈ ਹੋਰ ਨਾ ਕਰੇ, ਪਲੱਸ ਇਹਨਾਂ ਦੇ ਜਿਹੜੇ ਉਹ ਹੱਲ ਨਿਕਲਣ, ਪਲੱਸ ਜਿਹੜੇ ਬੱਚਿਆਂ ਦੇ ਵਾਕਈ ਮੰਮੀ ਪਾਪਾ ਜਾਂ ਚਾਚਾ ਚਾਚੀ ਹੈ ਨਾ, ਕੋਈ ਧਨਾੜ ਨਹੀਂ ਆ, ਕੋਈ ਵੱਡੇ ਸੀਏ ਨਹੀਂ ਲੱਗੇ ਹੋਏ, ਕੋਈ ਬੈਂਕਾਂ 'ਚ ਨਹੀਂ ਲੱਗੇ, ਡੀਸੀ ਨਹੀਂ ਲੱਗਾ ਕੋਈ, ਤੇ ਉਹਨਾਂ ਦੀ ਵੀ ਤੁਹਾਨੂੰ ਗੱਲ ਸੁਣਨੀ ਚਾਹੀਦੀ। ਸਿਰਫ ਸਾਡੇ ਕੋਲ ਨਹੀਂ ਜਾਇਦਾਦ ਹੈਗੀ ਤੇ ਉਹਦੇ ਬਦਲੇ ਸਾਨੂੰ ਇਹ ਨਹੀਂ ਸੁਣਨ ਨੂੰ ਮਿਲਣਾ ਚਾਹੀਦਾ ਕਿ ਤੁਹਾਡੀ ਜਿਹੜੀ ਆ ਉਹ ਬੈਂਕ ਲੋਨ 'ਚ ਹੈਲਪ ਨਹੀਂ ਹੋਏਗੀ, ਤੁਹਾਡੀ ਬਾਂਹ ਨਹੀਂ ਫੜੀ ਜਾਏਗੀ ਕਿਉਂਕਿ ਤੁਹਾਡੇ ਕੋਲ ਕੁਛ ਹੈ ਨਹੀਂ। ਇਹ ਦੇਸ਼ ਹੀ ਇੱਦਾਂ ਦਾ ਵਾ ਜਿੱਥੇ ਉਹਦੀ ਮਦਦ ਹੁੰਦੀ ਹੈ ਜਿਹਦੇ ਕੋਲ ਕੁਛ ਹੈ, ਜਿੱਥੇ ਨਹੀਂ ਮਤਲਬ ਕੁਛ ਹੈ ਉੱਥੇ ਜਿਹੜੀ ਆ ਉਹ ਹੈਲਪ ਵੀ ਨਹੀਂ ਹੁੰਦੀ। ਤੇ ਇੱਕ ਔਰਤ ਹੁੰਦੇ ਹੋਏ ਇਹ ਬਹੁਤ ਹੀ ਔਖਾ ਵਾ, ਕਿਉਂਕਿ ਵੱਡੇ ਅਹੁਦਿਆਂ 'ਤੇ ਤੁਹਾਨੂੰ ਜਲਦੀ ਔਰਤਾਂ ਨਹੀਂ ਮਿਲਦੀਆਂ ਜਿਨ੍ਹਾਂ ਨਾਲ ਤੁਸੀਂ ਗੱਲ ਕਰ ਲਓ। ਮੈਂ ਉਹੀ ਤਾਂ ਕਹਿ ਰਹੀ ਹਾਂ ਨਾ ਕਿ ਅਸੀਂ ਇੱਕ ਵਰਡ ਸੁਣਿਆ ਹੋਇਆ ਹੈ ਬਿਜ਼ਨਸਮੈਨ, ਹੈ ਨਾ, ਬਿਜ਼ਨਸਮੈਨ ਵਰਡ ਬਹੁਤ ਜ਼ਿਆਦਾ ਫੇਮਸ ਹੈ, ਪਰ ਬਿਜ਼ਨਸ ਵੂਮਨ ਤੁਹਾਨੂੰ ਫੇਮਸ ਨਹੀਂ ਮਿਲੇਗਾ ਕਿਤੇ ਵੀ, ਹੈ ਨਾ। ਜੇ ਕਿਹਾ ਜਾਂਦਾ ਹੈ ਕਿ ਨਹੀਂ ਜੀ ਔਰਤ ਤਾਂ ਜੀ ਸੰਭਾਲ ਹੀ ਨਹੀਂ ਸਕਦੀ ਕਿਸੇ ਬਿਜ਼ਨਸਮੈਨ, ਹੈ ਨਾ, ਕੋਈ ਬਿਜ਼ਨਸ ਨੂੰ, ਸੋ ਇਹ ਔਰਤ ਹੈ ਜਿਸਨੇ ਸਾਂਭਿਆ ਹੋਇਆ ਹੈ, ਪਰ ਸ਼ਾਇਦ ਉਹ ਮੌਕੇ ਜਿਹੜੇ ਨੇ ਉਹ ਨਹੀਂ ਮਿਲ ਰਹੇ ਨੇ। ਸ਼ਾਇਦ ਹਰ ਕੋਈ ਵਾਹ ਕਰਕੇ ਚਲਾ ਜਾਂਦਾ ਹੈ, ਸ਼ਾਇਦ ਉਹ ਮੌਕੇ ਨਹੀਂ ਮਿਲ ਰਹੇ। ਮੈਮ ਇਹ ਦੱਸੋ ਕਿ ਇੱਕ ਹੈ ਨਾ ਸਿੰਪਲ ਸਾਦੀ ਕੁੜੀ ਜਿਹੜੀ ਹੈ ਨਾ, ਉਹ ਕਿਵੇਂ ਮਨਦੀਪ ਕੌਰ ਟਾਂਗਰਾ ਬਣ ਗਈ, ਹੈ ਨਾ। ਮੈਨੂੰ ਜਿੱਥੇ ਤੱਕ ਨੌਲੇਜ ਹੈ ਨਾ, ਤੁਹਾਡੇ ਫਾਦਰ ਜਿਹੜੇ ਨੇ ਉਹ ਆਟਾ ਚੱਕੀ ਚਲਾਉਂਦੇ ਨੇ, ਹੈ ਨਾ। ਮੈਂ ਤੁਹਾਡੇ ਸੋਸ਼ਲ ਮੀਡੀਆ ਜਦੋਂ ਮੈਂ ਚੈੱਕ ਕਰ ਰਹੀ ਸੀ ਇੰਟਰਵਿਊ ਤੋਂ ਪਹਿਲਾਂ, ਮੈਂ ਇਹ ਵੀ ਦੇਖਿਆ ਕਿ ਤੁਸੀਂ ਉਹਨਾਂ ਨੂੰ ਹਵਾਈ ਜਹਾਜ਼ ਦਾ ਸਫ਼ਰ ਵੀ ਕਰਾਇਆ, ਹੈ ਨਾ। ਸੋ ਉਹ ਮਨਦੀਪ ਕੌਰ ਟਾਂਗਰਾ ਨੂੰ ਬਣਨ ਦੇ ਵਿੱਚ ਕਿੰਨੀਆਂ ਕਿ ਮਿਹਨਤਾਂ ਕਰਨੀਆਂ ਪਈਆਂ, ਤੇ ਉਮੀਦ ਸੀਗੀ ਕਿ ਸ਼ਾਇਦ ਮੇਰੇ ਮਾਂ-ਬਾਪ ਵੀ ਮੇਰੇ ਦਫ਼ਤਰ ਦੇ ਵਿੱਚ ਆ ਕੇ ਬੈਠਣਗੇ। ਮੈਂ ਦੇਖਿਆ ਕਿ ਉਹ ਆ ਕੇ ਤੁਹਾਡੇ ਕੈਬਿਨ ਦੇ ਵਿੱਚ ਬੈਠੇ ਹੋਏ ਸੀ ਮਾਤਾ, ਹੈ ਨਾ। ਸੋ ਇਹ ਚੀਜ਼ਾਂ ਸੀਗੀਆਂ ਲਾਈਫ ਦੇ ਵਿੱਚ। ਦੇਖੋ, ਮਨਦੀਪ ਕੌਰ ਟਾਂਗਰਾ ਦਾ ਸਫ਼ਰ ਜਿਹੜਾ ਹੈ ਉਹ ਬਹੁਤ ਜ਼ਿਆਦਾ, ਮੈਂ ਕਹਾਂਗੀ ਕਿ ਕਿਸੇ ਨੇ ਟੈਸਟ ਕੀਤਾ, ਕਿਸੇ ਵਿਮਨ ਨੇ ਟੈਸਟ ਕੀਤਾ ਆਪਣੀ ਜ਼ਿੰਦਗੀ 'ਚ, ਕਿਸੇ ਔਰਤ ਨੇ ਟੈਸਟ ਕੀਤਾ ਕਿ ਜੇ ਉਹਦੇ ਕੋਲ ਕੁਛ ਨਾ ਹੋਵੇ ਤੇ ਉਹ ਇਮਾਨਦਾਰ ਹੋਵੇ ਤੇ ਕਿਤੇ ਪਹੁੰਚ ਸਕਦੀ ਕਿ ਨਹੀਂ। ਤੇ ਮੈਂ ਸਾਰੇ ਹੀ ਜਿਹੜੇ ਮੈਨੂੰ ਫੋਲੋ ਕਰਦੇ ਨੇ ਜਾਂ ਮੇਰੇ ਨਾਲ ਜੁੜੇ ਹੋਏ ਨੇ, ਬੜੀ ਥੈਂਕਫੁਲ ਆ ਸਾਰਿਆਂ ਦੇ ਸਤਿਕਾਰ ਦੀ ਕਿ ਤੁਸੀਂ ਮੈਨੂੰ ਕਿਤੇ ਨਾ ਕਿਤੇ ਪਹੁੰਚਾਇਆ ਹੈ। ਪਰ ਇਹਦੇ ਵਿੱਚ ਜਿਹੜੀ ਸਾਡੀ ਐਜੂਕੇਸ਼ਨ ਆ ਉਹਦਾ ਬਹੁਤ ਵੱਡਾ ਰੋਲ ਆ। ਮੈਨੂੰ ਲੱਗਦਾ ਹੈ ਕਿ ਇੱਕ ਪੜ੍ਹਾਈ ਆ ਜਿਹੜੀ ਕਿ ਹਰ ਮਸਲਾ ਹੱਲ ਕਰ ਸਕਦੀ ਹੈ। ਸੋ ਮੇਰੇ ਪੇਰੈਂਟਸ ਨੇ, ਮੈਂ ਪੜ੍ਹਾਈ ਨੂੰ ਬੜੀ ਤਰਜੀਹ ਦਿੱਤੀ, ਭਾਵੇਂ ਅਸੀਂ ਜਿਵੇਂ ਦੇ ਮਰਜ਼ੀ ਸਕੂਲ ਕਾਲਜਿਸ 'ਚ ਪੜ੍ਹੇ ਹਾਂ, ਪਰ ਅਸੀਂ ਪੜ੍ਹੇ ਪੂਰੀ ਸ਼ਿੱਦਤ ਨਾਲ ਆ ਕਿ ਨਹੀਂ, ਅਸੀਂ ਇਹਨੂੰ ਸੀਰੀਅਸਲੀ ਲੈਣਾ ਕਿ ਕੁਛ ਜਿਹੜਾ ਉਹ ਬਣਨਾ। ਪਲੱਸ ਜਿੰਨੀ ਵਾਰੀ ਵੀ ਠੋਕਰਾਂ ਖਾਧੀਆਂ ਨੇ ਤੇ ਜਦੋਂ ਹਰ ਕੋਈ ਕਹਿੰਦਾ ਕਿ ਨੋ, ਤੇ ਉਦੋਂ ਮੈਂ ਯੈਸ ਕਿਹਾ। ਵੈਨ ਨੋ ਵਨ ਇਜ਼ ਵਿਦ ਯੂ ਆਰ ਸਟਿਲ ਵਿਦ ਯੂ ਵਾਲਾ ਮੇਰਾ ਮੋਟਿਵ ਹੈਗਾ ਹਮੇਸ਼ਾ ਹੀ ਆਪਣੀ ਲਾਈਫ ਦੇ ਵਿੱਚ, ਕਿ ਜਦੋਂ ਤੁਹਾਡੇ ਨਾਲ ਕੋਈ ਨਹੀਂ ਹੁੰਦਾ ਉਦੋਂ ਮੈਂ ਸੋਚਦੀ ਹਾਂ ਕਿ ਮੈਂ ਖੁਦ ਆਪਣੇ ਨਾਲ ਹਾਂ। ਅਤੇ ਜਦੋਂ ਮੈਨੂੰ ਸਾਰੇ ਕਹਿ ਰਹੇ ਹੁੰਦੇ ਕਿ ਨਹੀਂ, ਇਹ ਇੰਨੀ ਜ਼ਿਆਦਾ ਚੁਣੌਤੀਆਂ ਭਰਪੂਰ ਸਿਚੁਏਸ਼ਨ ਆ ਕਿ ਇਸ ਤੋਂ ਅੱਗੇ ਨਹੀਂ ਜਾਇਆ ਜਾ ਸਕਦਾ, ਹੁਣ ਬਲਾਸਟ ਆ, ਬਟ ਮੈਂ ਫਿਰ ਵੀ ਆਪਣਾ ਸਬਰ, ਆਪਣਾ ਪੇਸ਼ੈਂਸ ਬਣਾ ਕੇ ਰੱਖਦੀ ਹਾਂ। ਮੈਨੂੰ ਲੱਗਦਾ ਕਿ
ਮੇਰੇ ਸਬਰ ਨੇ ਹੀ ਮੈਨੂੰ ਮਨਦੀਪ ਤੋਂ ਮਨਦੀਪ ਕੌਰ ਟਾਂਗਰਾ ਬਣਾਇਆ। ਅੱਛਾ, ਜਦੋਂ ਨਾ ਇੱਕ ਸਾਡੇ ਮਿਡਲ ਕਲਾਸ ਫੈਮਿਲੀ ਦੇ ਵਿੱਚ ਨਾ ਇਹ ਚੀਜ਼ ਬੜੀ ਹੁੰਦੀ ਹੈ, ਉਹ ਨਾ ਰਿਸਕ ਲੈਣ ਤੋਂ ਬਹੁਤ ਜ਼ਿਆਦਾ ਡਰਦੇ ਨੇ, ਹੈ ਨਾ। ਕਹਿੰਦੇ ਨੇ ਕਿ 2 ਪੈਸਾ ਤਾਂ ਅਸੀਂ ਮਸੀਂ ਜੋੜਿਆ ਏ, ਵੀ ਤੂੰ ਕਿਤੇ ਹੈ ਨਾ ਵੀ ਗਲਤ ਕੰਮ 'ਚ ਨਾ ਲਾ ਦੇਵੇਂ, ਹੈ ਨਾ। ਸੋਚਿਆ ਜਦੋਂ ਤੁਸੀਂ ਕਿ ਨਹੀਂ ਮੈਂ ਆਪਣੇ ਪਿੰਡ ਦੇ ਵਿੱਚ ਇਹ ਬਿਜ਼ਨਸ ਮਾਡਲ ਲੈ ਕੇ ਆਉਣਾ ਹੈ, ਪੇਰੈਂਟਸ ਵੀ ਮਿਡਲ ਕਲਾਸ ਫੈਮਿਲੀ, ਰੋਕਿਆ ਉਹਨਾਂ ਨੇ ਕਿ ਨਹੀਂ ਨਹੀਂ ਪੈਸੇ ਜਿਹੜੇ ਆ ਉਹ ਡੁੱਬ ਨਾ ਜਾਣ, ਜਿਹੜੇ ਆਪਾਂ 2-4 ਬਚਾਏ ਹੋਏ ਆ? ਪੈਸੇ ਜਿੰਨੇ ਹੈਗੇ ਸੀ ਉਨੇ ਹੀ ਲਾਏ ਬਿਜ਼ਨਸ ਦੇ ਵਿੱਚ, ਕੋਈ ਪੈਸੇ ਇੰਨੇ ਖਾਸ ਹੈਗੇ ਹੀ ਨਹੀਂ ਸੀ ਕਿ ਜਿਹੜੇ ਮੈਨੂੰ ਲੱਗੇ ਕਿ ਬਹੁਤ ਜ਼ਿਆਦਾ। ਇਹ ਕੰਪਨੀ ਜਿਹੜੀ ਆ ਉਹ ਥੋੜ੍ਹੇ ਤੋਂ ਹੌਲੀ ਹੌਲੀ ਵੱਧਦੀ ਇੱਥੋਂ ਤੱਕ ਆਈ ਆ। ਸੋ ਜਿਨ੍ਹਾਂ ਨੇ ਮੇਰੇ ਨਾਲ ਰਿਸਕ ਲਏ ਆ ਉਹ ਖੁਦ ਇੰਨਾ ਡਰ ਗਏ ਕਿ ਅੱਜ ਉਹ ਛੱਡ ਚੁੱਕੇ ਨੇ ਮੈਨੂੰ। ਸੋ ਮੈਨੂੰ ਬੜਾ ਅਫਸੋਸ ਆ ਕਿ ਕਈ ਲੋਕ ਜਿਹੜੇ ਆ ਉਹ ਔਰਤ ਦੀ ਕਾਬਲੀਅਤ 'ਤੇ ਵਿਸ਼ਵਾਸ ਜਿਹੜਾ ਉਹ ਅੱਜ ਵੀ ਨਹੀਂ ਕਰਦੇ। ਉਹ ਨਹੀਂ ਮੰਨਦੇ ਕਿ ਤੁਸੀਂ ਇੰਨੇ ਕਾਬਲ ਹੋ ਅਤੇ ਤੁਸੀਂ ਵਾਕਈ 10 ਸਾਲ 20 ਸਾਲ 'ਚ ਕਿਤੇ ਪਹੁੰਚ ਸਕਦੇ ਹੋ। ਅੱਜ ਵੀ ਦੁਨੀਆ ਜਿਹੜੀ ਆ ਮਟੀਰੀਅਲਿਸਟਿਕ ਵਰਲਡ ਨੂੰ ਹੀ ਤਰਜੀਹ ਦੇ ਰਹੀ। ਜੇ ਤੁਹਾਡੇ ਕੋਲ ਪੈਸਾ ਨਹੀਂ ਆ ਅਤੇ ਉਹ ਸਮਝਦੇ ਕਿ ਤੁਸੀਂ ਕਾਮਯਾਬ ਨਹੀਂ ਆ। ਉਹ ਇਹ ਨਹੀਂ ਸੋਚਦੇ ਕਿ ਤੁਹਾਨੂੰ ਸਕੂਨ ਕਿੰਨਾ ਹੈ ਜਾਂ ਤੁਹਾਡੇ ਮਨ 'ਤੇ ਕੋਈ ਟੈਨਸ਼ਨ ਨਹੀਂ, ਤੁਸੀਂ ਕਦੀ ਕੁਝ ਗਲਤ ਨਹੀਂ ਕੀਤਾ, ਇਹ ਵੀ ਕੋਈ ਕਾਮਯਾਬੀ ਹੁੰਦੀ ਆ। ਪਰ ਜੇ ਤੁਹਾਡੇ ਕੋਲ ਪੈਸਾ ਨਹੀਂ ਅਤੇ ਉਹ ਤੁਹਾਨੂੰ ਕਾਮਯਾਬ ਨਹੀਂ ਸਮਝਦੇ ਅਤੇ ਉਹ ਤੁਹਾਨੂੰ ਛੱਡ ਜਾਣਾ ਮੁਨਾਸਿਬ ਸਮਝਦੇ। ਇੱਦਾਂ ਵੀ ਹੁੰਦਾ ਹੈ ਨਾ ਕਿ ਬਹੁਤ ਵਾਰ ਜਦੋਂ ਤੁਸੀਂ ਕਿਸੇ ਮੁਕਾਮ 'ਤੇ ਹੋ, ਹੈ ਨਾ, ਪੈਸਾ ਮੈਨੂੰ ਲੱਗਦਾ ਕਿ ਮਾਇਨੇ ਨਹੀਂ ਰੱਖਦਾ, ਪਰ ਬਹੁਤ ਵਾਰ ਅਜਿਹਾ ਹੁੰਦਾ ਕਿ ਤੁਸੀਂ ਕਿਸੇ ਮੁਕਾਮ 'ਤੇ ਹੋ ਨਾ, ਜਿੱਥੇ ਤੁਸੀਂ ਬੈਠੋ ਇੱਕ ਮੁਕਾਮ ਹੈ, ਪੈਸਾ ਹੈ ਨਹੀਂ ਹੈ, ਇਹ ਮਾਇਨੇ ਨਹੀਂ ਰੱਖਦਾ। ਪਰ ਬਹੁਤ ਵਾਰ ਹੁੰਦਾ ਸਾਡਾ ਆਲਾ ਦੁਆਲਾ, ਸਾਡਾ ਸਮਾਜ, ਸਾਡੇ ਰਿਸ਼ਤੇਦਾਰ ਕਹਿੰਦੇ ਨੇ ਕਿ ਇਹਦਾ ਤਾਂ ਤੁੱਕਾ ਲੱਗ ਗਿਆ, ਬਈ ਇਹਦੀ ਤਾਂ ਕਿਸਮਤ ਦੀ ਗੱਲ ਆ, ਬਸ ਐਵੇਂ ਹੀ ਨਿਕਲ ਗਈ। ਇੱਦਾਂ ਵੀ ਹੁੰਦਾ ਬਹੁਤ ਵਾਰ। ਹਾਂ, ਮੈਨੂੰ ਪਰ ਨਹੀਂ ਲੱਗਦਾ ਕਿ ਮੈਨੂੰ ਕੋਈ ਕਹਿੰਦਾ ਕਿ ਮੇਰਾ ਤੁੱਕਾ ਲੱਗ ਗਿਆ, ਕਿਉਂਕਿ ਵਾਕਈ ਸਾਰਿਆਂ ਨੇ ਮੇਰੀ ਜਰਨੀ ਦੇਖੀ ਆ। ਮੈਂ ਆਈ ਥਿੰਕ ਉਹਨਾਂ ਵਿੱਚੋਂ ਆਉਂਦੀ ਹਾਂ ਸੋਸ਼ਲ ਮੀਡੀਆ 'ਤੇ ਜਿਨ੍ਹਾਂ ਦੀ ਜ਼ਿੰਦਗੀ ਬਹੁਤ ਹੀ ਓਪਨ ਹੈਗੀ ਆ। ਮੈਂ ਹਰ ਚੀਜ਼ ਨੂੰ ਲਿਖਦੀ ਹਾਂ, ਹਰ ਚੀਜ਼ ਨੂੰ ਸ਼ੇਅਰ ਕਰਦੀ ਹਾਂ। ਮੇਰੀ ਜ਼ਿੰਦਗੀ 'ਚ ਕੋਈ ਬਹੁਤੇ ਵਲਵਲੇ ਨਹੀਂ ਹੈਗੇ। ਮੈਨੂੰ ਜੇ ਤੁਸੀਂ ਕੋਈ ਸਵਾਲ ਕਰੋਗੇ ਜਾਂ ਕੋਈ ਵੀ ਮੈਨੂੰ ਕਰੇਗਾ ਤਾਂ ਮੇਰੇ ਕੋਲ ਹਰ ਚੀਜ਼ ਦਾ ਜਿਹੜਾ ਸਵਾਲ ਹੈਗਾ, ਕਿਉਂਕਿ ਮੈਂ ਵਲਵਲੇ ਰੱਖਣਾ ਹੀ ਨਹੀਂ ਚਾਹੁੰਦੀ। ਅਤੇ ਜਿੱਥੇ ਮੈਂ ਵਲਵਲੇ ਰੱਖੇ ਹੋਣਗੇ ਮੈਨੂੰ ਲੱਗਦਾ ਕਿ ਮੈਨੂੰ ਉਹ ਵੀ ਨਹੀਂ ਰੱਖਣੇ ਚਾਹੀਦੇ ਸੀ। ਤੁਹਾਡੇ ਵਰਗੀ ਨਾ ਜਿਹੜੇ ਵੂਮੈਨਸ ਨੇ, ਸਾਨੂੰ ਦਿਖਾਉਣਾ ਬਹੁਤ ਜ਼ਰੂਰੀ ਹੁੰਦਾ ਕਿ ਬਹੁਤ ਵਾਰ ਅਜਿਹਾ ਹੁੰਦਾ ਹੈ ਕਿ ਸ਼ਾਇਦ ਅਸੀਂ ਸੋਚਦੇ ਅਸੀਂ ਪਿੰਡ ਦੇ ਵਿੱਚ ਹੁੰਦੇ ਹਾਂ, ਜਦੋਂ ਨਾ ਅਸੀਂ +2 ਕੀਤਾ, ਅਸੀਂ BA ਕੀਤਾ, ਅਸੀਂ ਸੋਚਦੇ ਹਾਂ ਕਿ ਨਹੀਂ ਅੱਗੇ ਕੀ ਹੈ, ਸਾਡਾ ਕੁਝ ਵੀ ਨਹੀਂ ਹੈਗਾ ਨਾ ਸਾਡੇ ਕੋਲ ਪੈਸਾ ਹੈ ਅਤੇ ਨਾ ਸਾਡੇ ਕੋਲ ਕਾਲਜ ਦੀ ਫੀਸ ਹੈ ਨਾ। ਪਰ ਇਸ ਸਿਚੁਏਸ਼ਨ ਤੋਂ ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੀਆਂ ਲੜਕੀਆਂ ਗੁਜ਼ਰਦੀਆਂ ਹੋਣਗੀਆਂ। ਸੋ ਉਹ ਕਿਵੇਂ ਕਾਮਯਾਬ ਹੋ ਜਾਂਦੀਆਂ ਨੇ? ਮੈਂ ਚਾਹੂੰਗੀ ਕਿ ਤੁਸੀਂ ਸਾਡੀਆਂ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਜ਼ਰੂਰ ਦੱਸੋ। ਦੇਖੋ, ਕਾਮਯਾਬ ਕਈਆਂ ਨੇ ਹੋ ਕੇ ਦਿਖਾਇਆ। ਆਪਾਂ SSP ਅਵਨੀਤ ਦੀ ਐਗਜ਼ਾਮਪਲ ਲੈ ਲਓ। ਅਕਸਰ ਮੈਂ ਆਪਣੇ ਪੇਜ 'ਤੇ ਲਿਖਦੀ ਹਾਂ ਕਿ ਆਮ ਘਰਾਂ ਦੇ ਬੱਚੇ ਨੇ ਕਾਮਯਾਬ ਹੋ ਕੇ ਦਿਖਾਇਆ ਹੈ, ਓਲੰਪਿਕਸ 'ਚ ਜਾ ਕੇ ਦਿਖਾਇਆ ਹੈ, ਇੰਨੀ ਅੱਛੀ ਪੋਸਟ 'ਤੇ ਆ। ਮੇਰੀ ਐਗਜ਼ਾਮਪਲ ਲੈ ਲਓ। ਹੋਰ ਇੰਨੇ ਪੰਜਾਬ ਦੇ ਵਿੱਚ ਲੜਕੀਆਂ ਹੈਗੀਆਂ ਨੇ। ਸੋ ਉਹਨਾਂ ਨੇ ਠਾਣਿਆ ਹੋਇਆ, ਠੀਕ ਹੈ, ਉਹ 40 ਇਅਰਸ ਦੀ ਉਮਰ ਦੇ ਵਿੱਚ SSP ਹੈ ਹੁਣ, ਹੈ ਨਾ। ਸੋ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਬਸ 30 ਸਾਲ ਦੀ ਉਮਰ 'ਚ ਹੀ ਫਟਾਫਟ ਮੈਨੂੰ ਆਹ ਮਿਲ ਜੇ, ਉਹ ਮਿਲ ਜੇ, ਜਾਂ ਮੈਂ ਫਟਾਫਟ ਕੈਨੇਡਾ ਜਾ ਕੇ ਆਹ ਬਣਾ ਲਾਂ, ਉਹ ਬਣਾ ਲਾਂ। ਸੋ ਇਹ ਹੈ ਕਿ ਸਬਰ ਔਰਤ ਦੀ ਜ਼ਿੰਦਗੀ 'ਚ ਜਿਹੜਾ ਉਹ ਸਬਰ ਬਹੁਤ ਜ਼ਰੂਰੀ ਆ। ਅਤੇ ਇੱਕ ਅੱਛੀ ਛਵੀ ਬੜੀ ਜ਼ਰੂਰੀ ਆ, ਕਿਉਂਕਿ ਹਰ ਕੋਈ, ਜਦੋਂ ਤੁਸੀਂ ਕਿਸੇ ਕੋਲ ਕੁਛ ਨਹੀਂ ਹੁੰਦਾ ਤੁਹਾਡੇ ਬਾਰੇ, ਉਹਨੂੰ ਬਹੁਤ ਹੋਰ ਬੜਾ ਕ੍ਰਿਟਿਕਸ ਦਾ ਸਾਹਮਣਾ ਕਰਨਾ ਪੈਂਦਾ ਹੈ। ਤੁਹਾਨੂੰ ਆਪਣੇ 'ਤੇ ਆਰਟੀਕਲ ਪੜ੍ਹ ਕੇ ਲੱਗੇਗਾ ਕਿ ਇਹ ਮੈਂ ਹੈ ਹੀ ਨਹੀਂ ਜੋ ਕਿਸੇ ਨੇ ਲਿਖਤਾ, ਰਾਈਟ। ਸੋ ਬਹੁਤ ਜ਼ਿਆਦਾ ਇੱਕ ਔਰਤ ਨੂੰ ਜਿਹੜਾ ਵਾ ਉਹ ਸਬਰ ਰੱਖਣ ਦੀ ਬਹੁਤ ਲੋੜ ਆ ਅੱਜ ਦੇ ਸਮਾਜ ਵਿੱਚ, ਕਿਉਂਕਿ ਅਸੀਂ ਆਪੇ ਕਰਨਾ ਸਾਰਾ ਕੁਛ, ਬਿਨਾਂ ਸਹਾਰੇ ਲਏ ਸਾਰਾ ਕੁਛ ਕਰਨਾ। ਸੋ ਇਹ ਇੱਕ ਟਫ ਕੰਮ ਆ। ਇਹ ਅੰਦਰੋਂ ਜਿਨ੍ਹਾਂ ਨੇ ਠਾਣਿਆ ਉਹੀ ਔਰਤਾਂ ਜਿਹੜੀਆਂ ਇਹ ਚੀਜ਼ ਕਰ ਸਕਦੀਆਂ। ਹਰ ਕੋਈ ਲਈ ਇਹ ਔਖਾ, ਕਿਉਂਕਿ ਹਰ ਕੋਈ ਤਾਂ ਇਹ ਚਾਹੁੰਦਾ ਕਿ ਮੇਰਾ ਵਿਆਹ ਹੋ ਜਾਏ ਅਤੇ ਮੈਨੂੰ ਅੱਗੋਂ ਥੋੜ੍ਹੀ ਜਿਹੀ ਹੈਲਪ ਹੋ ਜਾਏਗੀ, ਜਾਂ ਮੈਂ ਘਰੋਂ ਬਾਹਰ ਚਲ ਜਾਂ ਅਤੇ ਮੈਂ ਗੁੜਗਾਉਂ ਜਾ ਕੇ ਰਵਾਂਗਾ ਅਤੇ ਉੱਥੇ ਮੈਨੂੰ ਥੋੜ੍ਹੀ ਆਜ਼ਾਦੀ ਮਿਲ ਜਾਏਗੀ। ਇਹ ਉਹੀ ਔਰਤਾਂ ਕਰ ਸਕਦੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਸਹਿੰਦੀਆਂ ਹੋਈਆਂ, ਨਾਲ ਸਾਰਿਆਂ ਨੂੰ ਲੈਂਦੇ ਹੋਏ, ਮਤਲਬ ਕਿ ਕਿਤੇ ਪਹੁੰਚਣ ਲਈ ਜਿਹੜੀਆਂ ਰੈਡੀ ਹੈ ਅਤੇ ਆਪਣੀ ਜ਼ਿੰਦਗੀ 'ਚ ਸਬਰ ਰੱਖਣ ਲਈ ਵੀ ਰੈਡੀ ਨੇ। ਅੱਜ ਹੈ ਨਾ, ਜਿਵੇਂ ਤੁਹਾਡੇ ਮਦਰ ਫਾਦਰ ਜਿਹੜੇ ਨੇ ਬਹੁਤ ਜ਼ਿਆਦਾ ਤੁਹਾਡੇ 'ਤੇ ਪ੍ਰਾਊਡ ਕਰਦੇ ਨੇ, ਹੈ ਨਾ। ਪੰਜਾਬ ਦੀ ਹਰ ਇੱਕ ਧੀ, ਮੈਂ ਕਹਿੰਦੀ ਪੂਰੇ ਦੇਸ਼ ਦੀ ਹਰ ਇੱਕ ਧੀ ਜਿਹੜੀ ਆ ਤੁਹਾਡੇ ਵਾਂਗੂ ਜਿਹੜੀ ਆ ਉਹ ਕਰ ਸਕਦੀ ਹੈ। ਸੋ ਜੇ ਲਾਸਟ ਦੇ ਵਿੱਚ ਸਿਰਫ ਇੱਕ ਸਵਾਲ ਮੈਂ ਪੁੱਛਾਂਗੀ ਕਿ ਇਸ ਸਮੇਂ ਕਿੰਨਾ ਕੁ ਦਿਲ ਨੂੰ ਸਕੂਨ ਆ? ਸਕੂਨ ਤੇ ਕਸ਼ਮਕਸ਼ ਦੇ ਵਿੱਚ ਖੜੀ ਹਾਂ ਇਸ ਟਾਈਮ ਮੈਂ। ਸੋ ਸਕੂਨ ਬਹੁਤ ਆ ਇਸ ਚੀਜ਼ ਦਾ ਕਿ ਮੈਂ ਸਿਰਫ ਮਿਹਨਤ ਕੀਤੀ ਆ, ਠੀਕ ਆ। ਸੋ ਸਕੂਨ ਬਹੁਤ ਆ ਕਿ ਮੈਂ ਹਮੇਸ਼ਾ
ਇਮਾਨਦਾਰੀ ਨਾਲ ਕੰਮ ਕੀਤਾ। ਇਹ ਦੋ ਚੀਜ਼ਾਂ ਦਾ ਮੈਨੂੰ ਬਹੁਤ ਸਕੂਨ ਆ। ਮੈਂ ਲਾਸਟ 10 ਸਾਲ ਆਪਣੀ ਜ਼ਿੰਦਗੀ ਦੇ, ਮੈਂ ਇਹ ਕਹਾਂਗੀ ਕਿ ਜਿੰਨਾ ਮੇਰੇ ਸਰੀਰ 'ਚ ਅਤੇ ਜਿੰਨੀ ਮੇਰੀ ਆਤਮਾ 'ਚ ਜਾਨ ਸੀ, ਮੈਂ ਅਖੀਰਲੇ ਜਿਹੜੇ ਆਪਣੇ ਪਿਛਲੇ 10 ਸਾਲ ਆ ਉਹ ਮੈਂ ਆਪਣੀ ਜ਼ਿੰਦਗੀ 'ਚ ਲਗਾਏ ਨੇ। ਅਤੇ ਸਬਰ, ਮੈਂ ਹੁਣ ਜੇ ਮੈਨੂੰ 10 ਸਾਲ ਜਾਂ 5 ਸਾਲ ਸਬਰ ਵੀ ਕਰਨਾ ਪੈ ਜਾਏਗਾ ਤਾਂ ਮੈਂ ਕਰਾਂਗੀ। ਹਾਲਾਂਕਿ ਮੇਰੇ ਨਾਲ ਜਿਨ੍ਹਾਂ ਨੇ 10 ਸਾਲ ਹੰਢਾਏ ਨੇ ਉਹਦੇ 'ਚ ਕਈ ਲੋਕ ਡਗਮਗਾ ਗਏ ਨੇ, ਉਹਨਾਂ ਨੂੰ ਲੱਗਦਾ ਕਿ ਨਹੀਂ ਅਸੀਂ ਤਾਂ ਕਿਤੇ ਪਹੁੰਚ ਨਹੀਂ ਰਹੇ, ਪਰ ਮੇਰੇ 'ਚ ਸਬਰ ਬਹੁਤ ਆ ਅਤੇ ਮੈਨੂੰ ਪੱਕਾ ਯਕੀਨ ਆ ਕਿ ਮੈਂ ਸਹੀ ਰਸਤੇ 'ਤੇ ਹਾਂ। ਅਤੇ ਜਿਹੜੇ ਲੋਕ ਅਖੀਰ 'ਚ ਵੀ ਮੇਰੇ ਸਫ਼ਰ 'ਚ ਨਾਲ ਰਹਿਣਗੇ ਉਹ ਵਾਕਈ ਯਾਦ ਕਰਨਗੇ ਕਿ ਹਾਂ ਮਨਦੀਪ ਜੋ ਤੂੰ ਕਿਹਾ ਸੀ ਉਹੀ ਜਿਹੜਾ ਹੋਇਆ ਹੈ। ਬਾਕੀ ਮੈਂ ਪਦਾਰਥਵਾਦੀ ਚੀਜ਼ਾਂ ਨੂੰ, ਪੈਸੇ ਨੂੰ ਜਿਹੜੀ ਆ ਉਹ ਤਰੱਕੀ ਨਹੀਂ ਮੰਨਦੀ। ਮੈਂ ਅੱਜ ਵੀ ਨਹੀਂ ਮੰਨਦੀ ਅਤੇ ਮੈਂ ਕੱਲ੍ਹ ਵੀ ਨਹੀਂ ਮੰਨਾਂਗੀ। ਪਰ ਇਹ ਜ਼ਰੂਰ ਹੈ ਕਿ ਹਾਂ ਇੰਨਾ ਜਿਹੜਾ ਸਾਰੇ ਸਤਿਕਾਰ ਦਿੰਦੇ, ਇੰਨਾ ਪਿਆਰ ਦਿੰਦੇ ਆ, ਇਹ ਕਾਇਮ ਰਵੇ ਅਤੇ ਇਹਨੂੰ ਮੈਂ ਹੋਰ ਵੀ ਇਹ ਚੀਜ਼ਾਂ ਵੱਧਦੀਆਂ ਰਹਿਣ ਤਾਂ ਕਿ ਮੇਰੀ ਸੋਲ ਨੂੰ ਸਕੂਨ ਰਵੇ ਅਤੇ ਮੈਨੂੰ ਹੋਰ ਐਨਰਜੀ ਮਿਲੇ ਕਿ ਮੈਂ ਕੰਮ ਕਰਨਾ। ਕਿ ਮੈਂ ਇਹ ਕਹੂੰਗੀ ਕਿ ਤੁਸੀਂ ਡਿਮਾਂਡ ਜ਼ਰੂਰ ਰੱਖੋ। ਇਹ ਵੀਡੀਓਜ਼ ਮੈਂ ਕਹਿੰਦੀ 100% ਹੈ ਕਿ ਸਾਡੀਆਂ ਸਰਕਾਰਾਂ ਵੀ ਦੇਖਣਗੀਆਂ, 100% ਸ਼ੋਰ ਆ ਮੈਂ। ਕੀ ਕਹਿੰਦੇ ਹੋ? ਡਿਮਾਂਡ ਨਹੀਂ, ਇੱਕ ਉਮੀਦ ਕੀ ਰੱਖਦੇ ਹੋ? ਇੱਕ ਉਮੀਦ ਵੀ ਬਹੁਤ ਵੱਡੀ ਚੀਜ਼ ਹੁੰਦੀ ਹੈ, ਉਹਨਾਂ ਤੋਂ ਕੀ ਰੱਖਦੇ ਹੋ? ਮੈਂ ਤਾਂ ਇਹੀ ਕਹਾਂਗੀ ਕਿ ਜਿਹੜੇ ਬੱਚਿਆਂ ਨੇ ਪੇਂਡੂ ਇਲਾਕਿਆਂ 'ਚ ਕੋਈ ਕੰਮ ਕੀਤਾ ਹੈ ਅਤੇ ਉਹਨਾਂ ਨੇ 100 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ, ਠੀਕ ਆ, ਉਹਨਾਂ ਨੂੰ ਬਹੁਤ ਜ਼ਿਆਦਾ ਰੈਕੋਗਨੀਸ਼ਨ ਮਿਲ ਰਹੀ ਆ। ਐਵਰੀਬਡੀ ਐਪਰੀਸ਼ੀਏਟਸ ਕਿ ਵਾਕਈ ਮਨਦੀਪ ਨੇ ਅੱਛਾ ਕੰਮ ਕੀਤਾ ਹੈ। ਪਰ ਉਹਨਾਂ ਦੇ ਚੈਲੰਜ ਸੁਣਨੇ, ਉਹਨਾਂ ਦੀਆਂ ਪ੍ਰੋਬਲਮਸ ਸੁਣਨੀਆਂ, ਕਿਉਂਕਿ ਸਾਰਾ ਕੁਛ ਤਾਂ ਵਾਈਟ ਐਂਡ ਬਲੈਕ ਹੈਗਾ ਹੈ ਨਾ, ਸਾਰਾ ਕੁਛ ਕਲੀਨ ਐਂਡ ਕਲੀਅਰ ਹੈਗਾ, ਵਾਈਟ ਐਂਡ ਬਲੈਕ ਆ, ਕੋਈ ਪ੍ਰੋਬਲਮ ਨਹੀਂ ਆ। ਤੁਸੀਂ ਖੁਦ ਐਨਾਲਿਸਿਸ ਕਰੋ ਅਤੇ ਵਾਕਈ ਜਿਹੜੀਆਂ ਸਾਡੀਆਂ ਜਿਹੜੀਆਂ ਪ੍ਰੋਬਲਮਸ ਹੈ ਜਿਹੜੇ ਆ ਉਹ ਹੱਲ ਕਰੋ। ਐਜ਼ ਏ ਬਿਜ਼ਨਸ ਜਿਹੜੀਆਂ ਸਾਨੂੰ ਪੇਂਡੂ ਇਲਾਕਿਆਂ 'ਚ ਪ੍ਰੋਬਲਮਸ ਆ ਰਹੀਆਂ ਨੇ ਉਹਨਾਂ ਨੂੰ ਇਮੀਡੀਏਟ ਹੱਲ ਕਰਨਾ ਬਹੁਤ ਜ਼ਰੂਰੀ ਆ। ਨਹੀਂ ਤਾਂ ਕੋਈ ਨਹੀਂ ਸੋਚੇਗਾ ਕਿ ਮੈਂ ਰੂਰਲ ਏਰੀਆ 'ਚ ਅਤੇ ਮੈਂ ਆਪਣੇ ਪਿੰਡ ਵਿੱਚ ਰਹਿ ਕੇ, ਜਿਹਦੇ ਕੋਲ ਦੁਨੀਆ ਦੀ ਹਰ ਕੰਟਰੀ 'ਚ ਰਹਿਣ ਦੀ ਆਪਸ਼ਨ ਹੋਵੇ, ਅਮੈਰੀਕਾ ਵਰਗੇ ਕੰਟਰੀ ਨੂੰ ਛੱਡ ਕੇ ਟਾਂਗਰੇ ਵਰਗੇ ਪਿੰਡ ਵਿੱਚ ਆਪਣਾ ਡੇਰਾ ਬਸਾ ਲੈਣਾ ਅਤੇ ਕਹਿਣਾ ਕਿ ਮੈਂ ਇੱਥੇ ਹੀ ਕੁਝ ਕਰਕੇ ਦਿਖਾਣਾ ਹੈ। ਇਸ ਤਰ੍ਹਾਂ ਫਿਰ ਕੋਈ ਨਹੀਂ ਕਰੇਗਾ ਜੇ ਸਿਰਫ ਸਾਡੀ ਮਾਰਕੀਟਿੰਗ ਹੀ ਹੋਈ ਜਾਏਗੀ ਅਤੇ ਪਰ ਸਾਡਾ ਜਿਹੜਾ ਅੰਦਰੋਂ ਚੀਜ਼ਾਂ ਜਿਹੜੀਆਂ ਉਹ ਸੋਲਵ ਨਹੀਂ ਹੋਣਗੀਆਂ। ਸੋ ਮੈਨੂੰ ਉਮੀਦ ਆਉਣ ਵਾਲੇ ਸਮੇਂ 'ਚ ਕਾਫੀ ਚੀਜ਼ਾਂ ਪੋਜ਼ੀਟਿਵ ਵੀ ਹੋ ਸਕਦੀਆਂ ਨੇ। ਹਰ ਕੋਈ ਬਿਜ਼ੀ ਆ, ਪਰ ਥੋੜ੍ਹੀ ਜਿਹੀ ਦੇਰ ਨਾਲ ਬਹੁਤ ਵੱਡੇ ਨੁਕਸਾਨ ਹੋ ਸਕਦੇ। ਸੋ ਮੇਰੇ ਨਾਲ ਮਨਦੀਪ ਕੌਰ ਟਾਂਗਰਾ ਜੀ ਸੀ ਜਿਨ੍ਹਾਂ ਨੇ ਆਪਣੀ ਪੂਰੀ ਜਰਨੀ ਜਿਹੜੀ ਬਿਆਨ ਕੀਤੀ। ਅਸੀਂ ਸਾਰਿਆਂ ਨੇ ਇਹਨਾਂ ਦੀ ਬਹੁਤ ਸਾਰੀ ਇੰਟਰਵਿਊਜ਼ ਵੇਖੀਆਂ ਹੋਣਗੀਆਂ, ਇਹਨਾਂ ਨੂੰ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ 'ਤੇ ਹੀ ਫੋਲੋ ਕਰਦੇ ਹੋਣਗੇ, ਜਿਨ੍ਹਾਂ ਨੇ ਇਹ ਸੁਣਿਆ ਹੋਏਗਾ ਕਿ ਮਨਦੀਪ ਕੌਰ ਟਾਂਗਰਾ ਨੇ ਜੀ ਪਿੰਡ ਦੇ ਵਿੱਚ ਇੱਕ IT ਕੰਪਨੀ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ। ਪਰ ਅਸੀਂ ਇਹਨਾਂ ਦੀਆਂ ਚੁਣੌਤੀਆਂ ਤੁਹਾਨੂੰ ਦਿਖਾਈਆਂ ਹੈ, ਜਿਨ੍ਹਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਇਹ ਚੀਜ਼ ਕਹਿ ਦਿੱਤੀ ਹੈ ਕਿ ਸ਼ਾਇਦ ਮੈਨੂੰ ਵੀ ਜੋ ਹੈ ਇਹ ਮਨਦੀਪ ਕੌਰ ਟਾਂਗਰਾ, ਜੇਕਰ ਤੁਸੀਂ ਸਾਰਿਆਂ ਨੇ ਰਾਜਨੀਤਿਕ ਲੋਕਾਂ ਨੇ ਮਦਦ ਨਾ ਕੀਤੀ, ਚੁਣੌਤੀਆਂ ਨੂੰ ਨਾ ਸੁਣਿਆ, ਤਾਂ ਸ਼ਾਇਦ ਮਨਦੀਪ ਕੌਰ ਟਾਂਗਰਾ ਜਿਹੜੀ ਹੈ ਉਹ ਕੋਈ ਵੀ ਦੁਬਾਰਾ ਪਿੰਡ ਦੇ ਵਿੱਚ ਖੜੀ ਨਹੀਂ ਹੋਏਗੀ। ਸੋ ਚੁਣੌਤੀਆਂ ਨੂੰ ਕਿਵੇਂ ਕਹੀਏ ਕਿ ਅਸੀਂ ਘੱਟ ਕਰਨਾ ਹੈ, ਕਿਵੇਂ ਇਹਨਾਂ ਦੀ ਪ੍ਰੋਬਲਮਸ ਨੂੰ ਸੋਲਵ ਕਰਨਾ ਹੈ, ਉਹ ਸਾਡੇ ਤੋਂ ਬਿਹਤਰ ਜਿਹੜੇ ਸੋਲਵ ਕਰ ਸਕਦੇ ਨੇ ਉਹ ਸਮਝ ਸਕਦੇ ਨੇ। ਸੋ ਅਜਿਹੀਆਂ ਲੇਡੀਜ਼ ਨੂੰ ਦਿਖਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਕਿ ਘਰ ਦੇ ਵਿੱਚ ਜਿਹੜੀਆਂ ਲੜਕੀਆਂ ਇਹ ਸੋਚ ਕੇ ਬੈਠੀਆਂ ਨੇ ਕਿ ਨਹੀਂ, ਨਾ ਸਾਡੇ ਕੋਲ ਪੈਸਾ ਹੈ, ਨਾ ਸਾਡੇ ਕੋਲ ਜਿਹੜਾ ਹੈ ਇੰਨੀ ਸਿੱਖਿਆ ਹੈ, ਅਤੇ ਨਾ ਅਸੀਂ ਸਿੱਖਿਆ ਲੈ ਸਕਦੇ ਹਾਂ ਕਿਉਂਕਿ ਸਾਡੇ ਕੋਲ ਪੈਸਾ ਨਹੀਂ ਹੈ। ਇਹ ਉਹ ਲੜਕੀ ਨੇ ਜਿਨ੍ਹਾਂ ਨੇ ਆਪਣੀ ਕਮਾਈ ਦੇ ਨਾਲ ਆਪਣੀ ਫੀਸ ਜਿਹੜੀ ਹੈ ਉਹ ਭਰੀ ਹੈ। ਸੋ ਜੇ ਇਹ ਕਰ ਸਕਦੇ ਨੇ ਤੁਸੀਂ ਕਿਉਂ ਨਹੀਂ ਕਰ ਸਕਦੇ, ਇਹ ਸੋਚਣਾ ਜ਼ਰੂਰ ਇੱਕ ਵਾਰ, ਕਿਉਂਕਿ ਜੇਕਰ ਤੁਸੀਂ ਵੀ ਕਰ ਲਿਆ ਤਾਂ ਸ਼ਾਇਦ ਤੁਸੀਂ ਵੀ ਇਸ ਇੰਟਰਵਿਊ ਦੇ ਵਿੱਚ ਬੈਠੋਗੇ ਅਤੇ ਤੁਸੀਂ ਵੀ ਗੱਲਬਾਤ ਕਰਕੇ ਦੂਸਰੀ ਲੜਕੀਆਂ ਨੂੰ ਹੌਸਲਾ ਦੇ ਸਕਦੇ ਹੋ। ਬਾਕੀ ਇੰਨਾ ਹੀ, ਬਣੇ ਰਹੋ ਨੇਸ਼ਨ ਪੋਸਟ ਦੇ ਨਾਲ। ਧੰਨਵਾਦ।